स्टूडेंट इस मिस्टर ਜਿਹੜਾ ਤੁਸੀਂ ਸਬਜੈਕਟ ਸਟੱਡੀ ਕਰਨਾ ਉਹ ਹੈ ਇਲੈਕਟ੍ਰੀਕਲ ਮਸ਼ੀਨ। ਸੋ ਇਲੈਕਟ੍ਰੀਕਲ ਮਸ਼ੀਨ ਦੇ ਵਿੱਚ ਜਿਹੜਾ ਫਸਟ ਚੈਪਟਰ ਸਟੱਡੀ ਕਰਨਾ ਹੈ ਉਹ ਹੈ 3 ਫੇਜ਼ ਸਪਲਾਈ। ਸੋ 3 ਫੇਜ਼ ਸਪਲਾਈ ਅੰਡਰਸਟੂਡ ਕਰਨ ਲਈ ਪਹਿਲਾਂ ਆਪਾਂ ਪੜਾਂਗੇ ਵਾਟ ਇਜ਼ ਸਿੰਗਲ ਫੇਜ਼ ਸਪਲਾਈ। ਸੋ ਸਿੰਗਲ ਫੇਜ਼ ਸਪਲਾਈ ਦੇ ਵਿੱਚ ਆਪਣੇ ਕੋਲ 2 ਵਾਇਰਸ ਅਵੇਲੇਬਲ ਹੁੰਦੀ ਹੈ। ਫਸਟ ਵਨ ਇਜ਼ ਪਾਵਰ ਵਾਇਰ ਐਂਡ ਅਨਦਰ ਵਨ ਇਜ਼ ਨਿਊਟਰਲ ਵਾਇਰ। ਸੋ ਸਿੰਗਲ ਫੇਸ ਦੇ ਵਿੱਚ 0 ਡਿਗਰੀ ਤੋਂ ਲੈ ਕੇ 360 ਡਿਗਰੀ ਤੱਕ ਓਨਲੀ 1 ਫੇਸ ਜਿਹੜਾ ਕਿ ਹੈ ਕੰਪਲੀਟ ਹੁੰਦਾ। ਸੋ ਇਸ ਦੇ ਵਿੱਚ 0 ਡਿਗਰੀ ਤੋਂ ਲੈ ਕੇ 180 ਡਿਗਰੀ ਤੱਕ ਪੋਜ਼ਿਟਿਵ ਹਾਫ ਸਾਈਕਲ ਕੰਪਲੀਟ ਹੋਊਗਾ ਐਂਡ ਅਨਦਰ 180 ਡਿਗਰੀ ਤੋਂ ਲੈ ਕੇ 360 ਡਿਗਰੀ ਤੱਕ ਨੈਗੇਟਿਵ ਹਾਫ ਸਾਈਕਲ ਕੰਪਲੀਟ ਹੋਊਗਾ। ਸਿੰਗਲ ਫੇਸ ਸਪਲਾਈ ਦੇ ਵਿੱਚ ਜਿਹੜੀ ਆਪਣੇ ਕੋਲ ਵੋਲਟੇਜ ਅਵੇਲੇਬਲ ਹੁੰਦੀ ਹੈ ਉਹ ਹੁੰਦੀ ਹੈ 240 ਵੋਲਟੇਜ ਐਂਡ ਫ੍ਰੀਕੁਐਂਸੀ ਹੁੰਦੀ ਹੈ ਆਪਣੇ ਕੋਲ ਅਵੇਲੇਬਲ 50 ਹਰਟਜ਼। ਸੋ ਨੈਕਸਟ ਵਨ ਇਜ਼ 3 ਫੇਜ਼ ਸਪਲਾਈ। 3 ਫੇਜ਼ ਸਪਲਾਈ ਦੇ ਵਿੱਚ ਆਪਣੇ ਕੋਲ ਫੋਰਸ ਵਾਇਰ ਅਵੇਲੇਬਲ ਹੁੰਦੀਆਂ। 3 ਵਾਇਰਸ ਜਿਹੜੀਆਂ ਹੁੰਦੀਆਂ ਪਾਵਰ ਵਾਇਰ ਹੁੰਦੀ ਹੈ ਐਂਡ 1 ਇਜ਼ ਨਿਊਟਰਲ ਵਾਇਰ। ਸੋ 3 ਫੇਜ਼ ਦੇ ਵਿੱਚ ਫੇਜ਼ 1 ਫੇਜ਼ 2 ਤੇ ਫੇਜ਼ 3 ਦੇ ਵਿੱਚ ਇਕੁਅਲ ਫੇਸ ਐਂਗਲ ਆਪਣੇ ਕੋਲ ਕੀ ਹੈ ਪ੍ਰੋਵਾਈਡ ਹੁੰਦਾ, ਉਹ ਹੁੰਦਾ ਆਪਣੇ ਕੋਲ 120 ਡਿਗਰੀ। ਸੋ ਫੇਜ਼ 1 ਤੇ ਫੇਜ਼ 2 ਦੇ ਵਿੱਚ 120 ਡਿਗਰੀ ਐਂਗਲ ਪ੍ਰੋਵਾਈਡ ਹੋਊਗਾ ਅਤੇ ਆਪਣੇ ਕੋਲ ਫੇਜ਼ 2 ਤੇ ਫੇਜ਼ 3 ਦੇ ਵਿੱਚ ਵੀ ਇਕੁਅਲ ਐਂਗਲ ਪ੍ਰੋਵਾਈਡ ਹੋਊਗਾ 120 ਡਿਗਰੀ। ਸੋ ਇਹਦੇ 0 ਡਿਗਰੀ ਤੋਂ ਲੈ ਕੇ 360 ਡਿਗਰੀ ਤੱਕ ਤਿੰਨੋਂ ਫੇਸ ਆਪਣਾ ਸੇਮ ਐਂਗਲ ਦੇ ਵਿੱਚ ਆਪਣੇ ਫੇਸ ਜਿਹੜਾ ਕੀ ਹੈ ਕੰਪਲੀਟ ਕਰਦੇ ਨੇ। ਸੋ 3 ਫੇਸ ਦੇ ਵਿੱਚ ਜਿਹੜੀ ਵੋਲਟੇਜ ਆਪਣੇ ਕੋਲ ਅਵੇਲੇਬਲ ਹੁੰਦੀ ਹੈ ਉਹ ਹੁੰਦੀ ਹੈ 440 ਵੋਲਟੇਜ ਤੇ ਫ੍ਰੀਕੁਐਂਸੀ ਜਿਹੜੀ ਆਪਣੇ ਕੋਲ ਅਵੇਲੇਬਲ ਹੁੰਦੀ ਹੈ ਉਹ ਸੇਮ ਹੁੰਦੀ ਹੈ 50 ਹਰਟ। ਮੀਨਸ ਸਿੰਗਲ ਫੇਸ ਤੇ 3 ਫੇਸ ਦੀ ਜਿਹੜੀ ਫ੍ਰੀਕੁਐਂਸੀ ਹੁੰਦੀ ਹੈ ਉਹ ਸੇਮ ਹੁੰਦੀ ਹੈ 50 ਹਰਟਸ। So next one is advantages of 3-phase system compared to the single phase system. So ਪਹਿਲਾ advantages ਕੀ ਹੈ 3-phase system ਦਾ। ਜਿਹੜੀ 3-phase ਟਰਾਂਸਫਾਰਮਰ ਹੁੰਦੇ ਨੇ ਉਹ ਲਾਈਟਰ ਹੁੰਦੇ ਆ, ਬੈਟਰ ਐਫੀਸ਼ੀਐਂਸੀ ਪ੍ਰੋਵਾਈਡ ਕਰਾਉਂਦੇ ਨੇ ਐਂਡ ਮੋਰ ਇਕਨੋਮਿਕਲ ਹੁੰਦੇ ਆ ਐਜ਼ ਕੰਪੇਅਰ ਟੂ ਦਾ ਸਿੰਗਲ ਫੇਸ ਟਰਾਂਸਫਾਰਮਰ ਹੈਜ਼ ਅ ਸੇਮ ਸਾਈਜ਼। ਸੋ ਸੈਕੰਡ ਐਡਵਾਂਟੇਜ ਸੀ ਜਿਹੜੇ 3 ਫੇਸ ਮੋਟਰ ਹੁੰਦੀਆਂ ਉਹ ਹੁੰਦੀ ਆ ਪਰਮਾਨੈਂਟ ਟਾਰਕ ਪ੍ਰੋਵਾਈਡ ਕਰਾਉਂਦੀਆਂ ਨੇ, ਜਦ ਕਿ ਸਿੰਗਲ ਫੇਸ ਇੰਡਕਸ਼ਨ ਮੋਟਰ ਹੁੰਦੀ ਹੈ ਪ੍ਰੋਡਿਊਸ ਕਰਾਉਂਦੀਆਂ ਨੇ ਟਾਰਕ ਇਨ ਦੀ ਫਾਰਮ ਆਫ ਪਲਸ। ਸੋ ਥਰਡ ਐਡਵਾਂਟੇਜ ਇਸ 3 ਫੇਸ ਮੋਟਰ ਹੈਵ ਪਾਵਰ ਫੈਕਟਰ ਐਂਡ ਮਚ ਬੈਟਰ ਐਫੀਸ਼ੀਐਂਸੀ ਐਂਡ ਸਮਾਲ ਸਾਈਜ਼ ਐਜ਼ ਕੰਪੇਅਰ ਟੂ ਦਾ ਸਿੰਗਲ ਫੇਸ ਮੋਟਰ। ਐਂਡ ਲਾਸਟ ਐਡਵਾਂਟੇਜ ਸੀ ਜਿਹੜਾ 3 ਫੇਸ ਮੋਟਰ ਹੁੰਦੀਆਂ ਨੇ ਉਹ ਸੈਲਫ ਸਟਾਰਟ ਮੋਟਰ ਹੁੰਦੀਆਂ ਨੇ, ਜਦ ਕਿ ਜਿਹੜੀ ਸਿੰਗਲ ਫੇਸ ਮੋਟਰ ਹੁੰਦੀਆਂ ਨੇ ਉਹ ਹੁੰਦੀਆਂ ਨਾਟ ਆ ਸੈਲਫ ਸਟਾਰਟ ਮੋਟਰ। 3 ਫੇਸ ਮੋਟਰ ਨੂੰ ਸੈਲਫ ਸਟਾਰਟ ਮੋਟਰ ਕਿਉਂ ਕਹਿੰਦੇ ਆ ਕਿਉਂਕਿ ਆਪਣੇ ਕੋਲ ਫੇਸ 3 ਨੇ, ਇਸ ਲਈ ਇਸ ਨੂੰ ਆਕਸੀਲਰੀ ਟਾਰਕ ਦੇਣ ਦੀ ਲੋੜ ਨਹੀਂ ਪੈਂਦੀ, ਜਦ ਕਿ ਸਿੰਗਲ ਫੇਸ ਮੋਟਰ ਦੇ ਵਿੱਚ ਫੇਸ ਆਪਣੇ ਕੋਲ ਸਿੰਗਲ ਆ, ਇਸ ਲਈ ਮੋਟਰ ਆ ਜਿਹੜੀ ਕੀ ਆ ਸਿੰਗਲ ਫੇਸ ਤੇ ਸੈਲਫ ਸਟਾਰਟ ਨਹੀਂ ਲੈਂਦੀ, ਇਸ ਲਈ ਇਹਨੂੰ ਇੱਕ ਆਕਸੀਲਰੀ ਟਾਰਕ ਦੇਣ ਦੀ ਲੋੜ ਪੈਂਦੀ ਹੈ। ਸੋ ਇਸ ਲਈ ਸਿੰਗਲ ਫੇਸ ਮੋਟਰ ਆ ਜਿਹੜੀ ਉਹਨੂੰ ਆਪਾਂ ਸੈਲਫ ਸਟਾਰਟ ਮੋਟਰ ਨਹੀਂ ਕਹਿੰਦੇ। ਸੋ ਨੈਕਸਟ ਵਨ ਇਜ਼ ਸਟਾਰ ਕਨੈਕਸ਼ਨ ਐਂਡ ਡੈਲਟਾ ਕਨੈਕਸ਼ਨ। ਸੋ 3 ਫੇਸ ਜਿਹੜੀ ਸਪਲਾਈ ਆ ਉਹਦੇ ਵਿੱਚ ਆਪਣੇ ਕੋਲ 2 ਕਨੈਕਸ਼ਨ ਪ੍ਰੋਡਿਊਸ ਹੁੰਦੇ ਨੇ। ਸਟਾਰ ਕਨੈਕਸ਼ਨ 3 ਫੇਸ ਦਾ ਆਪਾਂ ਬਣਾ ਸਕਦੇ ਹਾਂ ਐਂਡ ਸੈਕੰਡ ਕਨੈਕਸ਼ਨ ਬਣਾ ਸਕਦੇ ਹਾਂ ਡੈਲਟਾ ਕਨੈਕਸ਼ਨ। ਪਹਿਲਾਂ ਆਪਾਂ ਅੰਡਰਸਟੈਂਡ ਕਰਾਂਗੇ ਵਾਟ ਇਜ਼ ਸਟਾਰ ਕਨੈਕਸ਼ਨ। ਸੋ ਸਟਾਰ ਕਨੈਕਸ਼ਨ ਦੇ ਵਿੱਚ ਸਟਾਰਟ ਕਰਨ ਲਈ ਪਹਿਲਾਂ ਆਪਾਂ ਨੂੰ ਫੇਸ ਸੀਕੁਐਂਸ 3 ਫੇਸ ਦਾ ਜਿਹੜਾ ਕੀ ਹੈ ਸਮਝਣਾ ਪਊਗਾ। 3 ਫੇਸ ਦਾ ਫੇਸ ਸੀਕੁਐਂਸ ਹੁੰਦਾ RYP, ਮੀਨ 3 ਫੇਸ ਨੇ, 3 ਵਾਇਰਸ ਨੇ। ਪਹਿਲੀ ਵਾਇਰਸ ਹੈਗੀ ਆ ਰੈੱਡ ਵਾਇਰ, ਦੂਜੀ ਵਾਇਰ ਦਾ ਨਾਮ ਦਿੰਦੇ ਆਪਾਂ ਯੈਲੋ ਵਾਇਰ ਐਂਡ ਥਰਡ ਵਾਇਰ ਇਜ਼ ਬਲੂ ਵਾਇਰ। ਇਹਦਾ ਫੇਸ ਸੀਕੁਐਂਸ ਸਟੈਂਡਰਡ ਆ। ਸੋ RYB ਦੇ ਵਿੱਚ ਇਹਦਾ ਫੇਸ ਸੀਕੁਐਂਸ ਆਪਾਂ ਲਿਖਦੇ ਹਾਂ। ਸੋ 3 ਵਾਇਰਸ ਨੇ ਰੈੱਡ, ਯੈਲੋ ਐਂਡ ਬਲੂ। ਸੋ ਇਸ ਦੇ ਵਿੱਚ ਸਟਾਰ ਕਨੈਕਸ਼ਨ ਦੇ ਵਿੱਚ ਜਿਹੜੀ ਫਸਟ ਵਾਇਰ ਆ ਰੈੱਡ ਵਾਇਰ ਉਹਦਾ ਇੱਕ ਸਟਾਰਟਿੰਗ ਪੁਆਇੰਟ ਔਰ ਐਂਡ ਪੁਆਇੰਟ ਰੱਖਾਂਗੇ, ਠੀਕ ਹੈ। ਜਿਹੜਾ ਸਟਾਰਟਿੰਗ ਪੁਆਇੰਟ ਆ ਉਹਨੂੰ ਉੱਪਰ ਰੱਖਾਂਗੇ, ਐਂਡ ਪੁਆਇੰਟ ਨੂੰ ਇੱਕ ਹੋਰ ਵਾਇਰ ਦੇ ਨਾਲ ਕਨੈਕਟ ਕਰਾਂਗੇ। ਇਹਦੇ ਆਪਣੇ ਕੋਲ ਸੈਕਿੰਡ ਕੋਇਲ ਆ ਜਾਂਦੀ ਹੈ, ਸੈਕਿੰਡ ਵਾਈਂਡਿੰਗ ਆ ਜਾਂਦੀ ਹੈ ਯੈਲੋ ਵਾਇਰ। ਸੋ ਯੈਲੋ ਵਾਇਰ ਦਾ ਜਿਹੜਾ ਸਟਾਰਟਿੰਗ ਪੁਆਇੰਟ ਆ ਉਹਨੂੰ ਉੱਪਰ ਰੱਖਾਂਗੇ, ਜਿਹੜਾ ਦਾ ਐਂਡ ਪੁਆਇੰਟ ਆ ਉਹਨੂੰ ਰੈੱਡ ਵਾਇਰ ਦੇ ਨਾਲ ਕਨੈਕਟ ਕਰ ਦਾਂਗੇ। ਇੱਦਾਂ ਹੀ ਥਰਡ ਵਾਇਰ ਆ ਬਲੂ ਵਾਇਰ। ਸੋ ਬਲੂ ਵਾਇਰ ਦਾ ਸਟਾਰਟਿੰਗ ਪੁਆਇੰਟ ਓਪਨ ਰੱਖਾਂਗੇ ਤੇ ਐਂਡ ਪੁਆਇੰਟ ਜਿਹੜਾ ਫਿਨਿਸ਼ਿੰਗ ਪੁਆਇੰਟ ਆ ਉਹਨੂੰ ਰੈੱਡ ਤੇ ਯੈਲੋ ਵਾਇਰ ਦਾ ਜਿਹੜਾ ਕਨੈਕਟ ਕੀਤਾ ਹੁੰਦਾ ਲਾਈਵ ਪੁਆਇੰਟ ਉਹਨਾਂ ਨਾਲ ਕੀ ਆ ਕਨੈਕਟ ਕਰ ਦਾਂਗੇ। ਸੋ ਸਟਾਰ ਕਨੈਕਸ਼ਨ ਦੇ ਵਿੱਚ ਕੀ ਹੁੰਦਾ ਪਿਆ ਰੈੱਡ, ਯੈਲੋ ਤੇ ਬਲੂ ਵਾਇਰ ਦਾ ਇੱਕ ਪੁਆਇੰਟ ਓਪਨ ਰੱਖਿਆ ਹੋਇਆ ਐਂਡ ਅਨਦਰ ਪੁਆਇੰਟ ਆ ਜਿਹੜਾ ਉਹਨੂੰ ਆਪਾਂ ਆਪਸ ਵਿੱਚ ਕੀ ਕਰਤਾ ਕਨੈਕਟ ਕਰਤਾ। ਸੋ ਇਸ ਨਾਲ ਕੀ ਹੋਊਗਾ ਜਿਹੜਾ ਸਟਾਰ ਕਨੈਕਸ਼ਨ ਦੇ ਵਿੱਚ
फोर वायर अपने कोल प्रोड्यूस हो जूगी वो हो जूगी न्यूट्रल वायर, क्योंकि ਜਿਹੜਾ ਹਰੇਕ ਵਾਇਰ ਦਾ ਐਂਡ ਆ ਉਹਦੇ ਵਿੱਚ ਇੱਕ ਆਪਾਂ ਪੁਆਇੰਟ ਜਨਰੇਟ ਕਰਾਂਗੇ ਨਿਊਟਰਲ ਪੁਆਇੰਟ। ਸੋ ਸਟਾਰ ਕਨੈਕਸ਼ਨ ਦੇ ਵਿੱਚ ਆਪਣੇ ਕੋਲ 4 ਵਾਇਰਸ ਅਵੇਲੇਬਲ ਹੁੰਦੀਆਂ ਨੇ, ਆਰ ਵਾਈ ਬੀ ਐਂਡ ਨਿਊਟਰਲ ਵਾਇਰ। ਸੋ ਇੱਦਾਂ ਹੀ ਆਪਾਂ ਜਿਹੜਾ ਸਟੱਡੀ ਕਰਾਂਗੇ ਹੁਣ ਡੈਲਟਾ ਕਨੈਕਸ਼ਨ। ਸੋ ਡੈਲਟਾ ਕਨੈਕਸ਼ਨ ਦੇ ਵਿੱਚ ਨਿਊਟਰਲ ਪੁਆਇੰਟ ਆਪਣੇ ਕੋਲ ਐਬਸੈਂਟ ਹੁੰਦਾ। ਸੋ ਡੈਲਟਾ ਕਨੈਕਸ਼ਨ ਦਾ ਕਨੈਕਸ਼ਨ ਡੈਲਟਾ ਫਾਰਮ ਦੇ ਵਿੱਚ ਹੁੰਦਾ। ਸੋ ਇਹਦੇ ਵਿੱਚ ਡੈਲਟਾ ਕਨੈਕਸ਼ਨ ਦਾ ਫਾਰਮ ਇਹ ਸਿੰਬਲ ਹੁੰਦਾ ਡੈਲਟਾ ਦਾ। ਸੋ ਇੱਦਾਂ ਹੀ ਆਪਾਂ ਇਹਦੀ ਜਿਹੜੀ ਕੀ ਸ਼ੇਪ ਆ ਉਹ ਜਨਰੇਟ ਕਰਾਂਗੇ। ਸੋ ਇਹਦੇ ਵਿੱਚ ਰੈੱਡ ਵਾਇਰ ਆ, ਯੈਲੋ ਐਂਡ ਬਲੂ ਵਾਇਰ ਆ। ਸੋ ਇਹਦੇ ਵਿੱਚ ਕੀ ਕੀਤਾ, ਰੈੱਡ ਤੇ ਯੈਲੋ ਵਾਇਰ ਦਾ ਆਪਸ ਵਿੱਚ ਜਿਹੜੀ ਹੈ ਇੰਟਰਕਨੈਕਸ਼ਨ ਕਰਤਾ। ਸੋ ਇੱਦਾਂ ਹੀ ਰੈੱਡ ਤੇ ਯੈਲੋ ਵਾਇਰ ਦਾ ਇੰਟਰਕਨੈਕਟਡ ਆ, ਯੈਲੋ ਤੇ ਬਲੂ ਵਾਇਰ ਆਪਸ ਵਿੱਚ ਇੰਟਰਕਨੈਕਟਡ ਆ, ਯੈਲੋ ਤੇ ਰੈੱਡ ਵਾਇਰ ਵੀ ਆਪਸ ਵਿੱਚ ਇੰਟਰਕਨੈਕਟਡ ਆ। ਸੋ ਡੈਲਟਾ ਕਨੈਕਸ਼ਨ ਦੇ ਵਿੱਚ ਨਿਊਟਰਲ ਪੁਆਇੰਟ ਜਿਹੜਾ ਕੀ ਹੁੰਦਾ ਐਬਸੈਂਟ ਹੁੰਦਾ, ਨਿਊਟਰਲ ਪੁਆਇੰਟ ਆਪਣੇ ਕੋਲ ਅਵੇਲੇਬਲ ਨਹੀਂ ਹੁੰਦਾ, ਜਦ ਕਿ ਸਟਾਰ ਕਨੈਕਸ਼ਨ ਦੇ ਵਿੱਚ ਆਪਣੇ ਕੋਲ ਨਿਊਟਰਲ ਪੁਆਇੰਟ ਹੁੰਦਾ। ਸੋ ਸਟਾਰ ਕਨੈਕਸ਼ਨ ਦੇ ਵਿੱਚ 4 ਵਾਇਰਸ ਅਵੇਲੇਬਲ ਹੋਣਗੀਆਂ, ਜਦ ਕਿ ਡੈਲਟਾ ਕਨੈਕਸ਼ਨ ਦੇ ਵਿੱਚ ਆਪਣੇ ਕੋਲ 3 ਵਾਇਰਸ ਅਵੇਲੇਬਲ ਹੋਣਗੀਆਂ। ਨਿਊਟਰਲ ਪੁਆਇੰਟ ਡੈਲਟਾ ਕਨੈਕਸ਼ਨ ਦੇ ਵਿੱਚ ਐਬਸੈਂਟ ਹੁੰਦਾ ਕਿਉਂਕਿ ਇਹ ਆਪਸ ਵਿੱਚ ਹੀ ਜਿਹੜੀ ਕੀ ਆ ਨਿਊਟਰਲ ਹੀ ਹੁੰਦੀਆਂ। ਸੋ ਇਹਦੇ 3 ਫੇਜ਼ ਸਪਲਾਈ ਦੇ ਵਿੱਚ 2 ਕਨੈਕਸ਼ਨ ਆਪਾਂ ਪ੍ਰੋਡਿਊਸ ਕਰਦੇ ਹਾਂ, ਸਟਾਰ ਕਨੈਕਸ਼ਨ ਐਂਡ ਡੈਲਟਾ ਕਨੈਕਸ਼ਨ। ਐਂਡ ਨੈਕਸਟ ਵਨ ਇਜ਼ difference between star connected system and delta connected system। ਸੋ ਫਸਟ ਪੁਆਇੰਟ ਆਪਾਂ ਜਿਹੜਾ ਕੀ ਪੜਾਂਗੇ, ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ, ਜਿਹੜਾ ਸਟਾਰ ਕਨੈਕਸ਼ਨ ਆ ਉਹਦੇ ਵਿੱਚ ਕਾਮਨ ਪੁਆਇੰਟ ਜਿਹੜਾ ਪ੍ਰੈਜ਼ੈਂਟ ਹੁੰਦਾ ਨਿਊਟਰਲ ਪੁਆਇੰਟ, ਜਾਂ ਉਹਨੂੰ ਆਪਾਂ ਸਟਾਰ ਪੁਆਇੰਟ ਵੀ ਕਹਿ ਦਿੰਦੇ ਆ। ਸੋ ਇਹਨੂੰ ਜਿਹੜਾ ਕਿ ਆਪਾਂ ਅਰਥਡ ਪੁਆਇੰਟ ਕਹਿੰਦੇ ਆ। ਸੋ ਸਟਾਰ ਕਨੈਕਸ਼ਨ ਦੇ ਵਿੱਚ ਇੱਕ ਕਾਮਨ ਪੁਆਇੰਟ ਆਪਣੇ ਕੋਲ ਅਵੇਲੇਬਲ ਹੁੰਦਾ ਨਿਊਟਰਲ ਪੁਆਇੰਟ। ਇੱਦਾਂ ਹੀ ਡੈਲਟਾ ਕਨੈਕਸ਼ਨ ਵਿੱਚ ਜਿਹੜਾ ਫਸਟ ਪੁਆਇੰਟ ਆ, there is a no neutral point in delta connection, ਕਿਉਂਕਿ ਇਹ ਆਪਸ ਵਿੱਚ ਹੀ ਜਿਹੜੇ ਕੀ ਆ ਨਿਊਟਰਲ ਹੁੰਦੇ ਆ। ਇਸ ਲਈ ਡੈਲਟਾ ਕਨੈਕਸ਼ਨ ਦੇ ਵਿੱਚ 3 ਵਾਇਰਸ ਆਪਣੇ ਕੋਲ ਅਵੇਲੇਬਲ ਹੁੰਦੀ ਹੈ, ਨਿਊਟਰਲ ਪੁਆਇੰਟ ਆਪਣੇ ਕੋਲ ਅਵੇਲੇਬਲ ਨਹੀਂ ਹੁੰਦਾ। ਸੋ ਸੈਕੰਡ ਵਨ ਇਹ ਡਿਫਰੈਂਸ ਇਜ਼ ਜਿਹੜਾ ਸਟਾਰ ਕਨੈਕਟਡ ਸਿਸਟਮ ਆ ਉਹਦੇ ਵਿੱਚ ਆਪਣੇ ਕੋਲ 3 ਫੇਸ ਆ, ਮੀਨ 3 ਵਾਇਰ ਸਿਸਟਮ ਆ, ਤੇ ਇਹਨੂੰ ਆਪਾਂ ਜਿਹੜਾ ਕੀ ਆ 4 ਵਾਇਰ ਸਿਸਟਮ ਕਹਿੰਦੇ ਆ। 4 ਵਾਇਰਸ ਆਪਾਂ ਜਿਹੜੇ ਕੀ ਆ ਟੇਕਨ ਆਊਟ ਕਰਦੇ ਆ, ਕਿਉਂਕਿ 4th ਵਾਇਰ ਜਿਹੜੀ ਆਪਾਂ ਜਨਰੇਟ ਕੀਤੀ ਆ ਉਹ ਕੀ ਆਪਣੇ ਕੋਲ ਨਿਊਟਰਲ ਵਾਇਰ। ਜਦਕਿ ਡੈਲਟਾ ਕਨੈਕਸ਼ਨ ਦੇ ਵਿੱਚ ਆਪਣੇ ਕੋਲ 3 ਫੇਸ ਆ, ਓਨਲੀ 3 ਵਾਇਰਸ ਆਪਾਂ ਪੋਸੀਬਲ ਕਰ ਸਕਦੇ ਹਾਂ, ਕਿਉਂਕਿ ਜਿਹੜਾ ਡੈਲਟਾ ਕਨੈਕਸ਼ਨ ਦੇ ਵਿੱਚ ਨਿਊਟਰਲ ਪੁਆਇੰਟ ਉਹ ਕੀ ਹੁੰਦਾ ਆਪਣੇ ਕੋਲ ਅਵੇਲੇਬਲ ਨਹੀਂ ਹੁੰਦਾ। ਸੋ ਅਨਦਰ ਇਜ਼ ਡਿਫਰੈਂਸ ਇਜ਼ ਦੈਟ ਜਿਹੜਾ ਸਟਾਰ ਕਨੈਕਸ਼ਨ ਸਿਸਟਮ ਆ ਉਹਨੂੰ ਆਪਾਂ ਜਿਹੜਾ ਕੀ ਆ ਤੇ ਡੈਲਟਾ ਕਨੈਕਸ਼ਨ ਸਿਸਟਮ ਆ 3 ਫੇਸ ਦੇ ਵਿੱਚ, ਇਹਨੂੰ ਆਪਾਂ ਸਿੰਗਲ ਫੇਸ ਵੀ ਯੂਜ਼ ਕਰ ਸਕਦੇ ਹਾਂ, ਕਿਉਂਕਿ ਆਪਣੇ ਕੋਲ 3 ਵਾਇਰਸ ਅਵੇਲੇਬਲ ਆ। ਸੋ ਜਿਹੜਾ ਆਪਣੇ ਕੋਲ ਸਟਾਰ ਕਨੈਕਸ਼ਨ ਸਿਸਟਮ ਆ ਉਹਨੂੰ ਆਪਾਂ ਸਿੰਗਲ ਫੇਸ ਵੀ ਹੈ ਜਾਂ ਯੂਜ਼ ਕਰ ਸਕਦੇ ਹਾਂ। ਕਿਉਂ ਯੂਜ਼ ਕਰ ਸਕਦੇ, ਕਿਉਂਕਿ ਆਪਣੇ ਕੋਲ 3 ਵਾਇਰਸ ਅਵੇਲੇਬਲ ਆ ਤੇ ਇੱਕ ਆਪਣੇ ਕੋਲ ਨਿਊਟਰਲ ਪੁਆਇੰਟ ਵੀ ਅਵੇਲੇਬਲ ਆ। ਸੋ ਇਦਾਂ ਹੀ ਆਪਾਂ ਜਿਹੜਾ ਕੀ ਆ ਇੱਕ ਵਾਇਰ ਚੱਕ ਕੇ ਨਾਲ ਨਿਊਟਰਲ ਵਾਇਰ ਚੱਕ ਕੇ ਆਪਾਂ ਸਿੰਗਲ ਫੇਸ ਉਹਨੂੰ ਬਣਾ ਸਕਦੇ ਹਾਂ। ਬਟ ਡੈਲਟਾ ਕੇਸ ਦੇ ਵਿੱਚ ਇਹ ਨਹੀਂ ਹੋਊਗਾ, ਕਿਉਂਕਿ ਡੈਲਟਾ ਕੇਸ ਦੇ ਵਿੱਚ ਆਪਣੇ ਕੋਲ ਨਿਊਟਰਲ ਪੁਆਇੰਟ ਅਵੇਲੇਬਲ ਨਹੀਂ ਹੁੰਦਾ, ਤਾਂ ਉਹਨੂੰ ਆਪਾਂ ਸਿੰਗਲ ਫੇਸ ਸਪਲਾਈ ਨਹੀਂ ਬਣਾ ਸਕਦੇ। ਸੋ ਥਰਡ ਡਿਫਰੈਂਸ ਇਜ਼ ਦੈਟ ਜਿਹੜੀ ਲਾਈਨ ਵੋਲਟੇਜ ਹੁੰਦੀ ਹੈ ਸਟਾਰ ਕਨੈਕਸ਼ਨ ਦੀ, ਉਹ ਹੁੰਦੀ ਹੈ ਲਾਈਨ ਵੋਲਟੇਜ ਇਕੁਅਲ ਟੂ √3 ਫੇਸ ਵੋਲਟੇਜ। ਇੱਦਾਂ ਹੀ ਆਪਣੇ ਕੋਲ ਜਿਹੜੀ ਫੇਸ ਵੋਲਟੇਜ ਹੁੰਦੀ ਹੈ ਉਹ ਹੁੰਦੀ ਹੈ 1/√3 ਲਾਈਨ ਵੋਲਟੇਜ। ਸੋ ਇੱਦਾਂ ਹੀ ਆਪਣੇ ਕੋਲ ਜਿਹੜਾ ਡੈਲਟਾ ਕਨੈਕਸ਼ਨ ਆ ਉਹਦੀ ਜਿਹੜੀ ਲਾਈਨ ਵੋਲਟੇਜ ਆ ਉਹ ਇਕੁਅਲ ਟੂ ਹੁੰਦੀ ਆ ਫੇਸ ਵੋਲਟੇਜ। ਆਪਾਂ ਕਹਿ ਸਕਦੇ ਜਿਹੜੀ ਲਾਈਨ ਵੋਲਟੇਜ ਆ ਉਹ ਇਕੁਅਲ ਕਿਹਦੀ ਫੇਸ ਵੋਲਟੇਜ। ਸੋ ਅਨਦਰ ਡਿਫਰੈਂਸ ਇਜ਼ ਦੈਟ ਫੋਰਥ ਡਿਫਰੈਂਸ ਜਿਹੜਾ ਹੈਗਾ ਜਿਹੜੀ ਲਾਈਨ ਕਰੰਟ ਆ ਉਹ ਇਕੁਅਲ ਟੂ ਹੁੰਦਾ ਫੇਸ ਕਰੰਟ ਇਨ ਦੀ ਕੇਸ ਆਫ ਸਟਾਰ ਕਨੈਕਸ਼ਨ, ਤੇ ਡੈਲਟਾ ਕਨੈਕਸ਼ਨ ਦੇ ਵਿੱਚ ਜਿਹੜਾ ਲਾਈਨ ਕਰੰਟ ਹੁੰਦਾ ਉਹ ਹੁੰਦਾ √3 ਫੇਸ ਕਰੰਟ ਦੇ ਇਕੁਅਲ, ਤੇ ਜਿਹੜਾ ਫੇਸ ਕਰੰਟ ਹੁੰਦਾ ਉਹ ਹੁੰਦਾ 1/√3 ਲਾਈਨ ਕਰੰਟ ਤੇ। ਸੋ ਡੈਲਟਾ ਕਨੈਕਸ਼ਨ ਦੇ ਵਿੱਚ ਜਿਹੜਾ ਫੇਸ ਕਰੰਟ ਹੁੰਦਾ ਉਹ 1/√3 ਲਾਈਨ ਕਰੰਟ ਹੋ ਜਾਂਦਾ, ਤੇ ਜਿਹੜਾ ਸਟਾਰ ਦੇ ਵਿੱਚ ਜਿਹੜਾ ਲਾਈਨ ਕਰੰਟ ਆ ਉਹ ਇਕੁਅਲ ਟੂ ਹੋਊਗਾ ਫੇਸ ਕਰੰਟ ਤੇ। ਸੋ ਲਾਸਟ ਡਿਫਰੈਂਸ ਇਜ਼ ਦੈਟ ਜਿਹੜਾ 3 ਫੇਸ ਪਾਵਰ ਆ ਉਹਨੂੰ ਆਪਾਂ ਲਿਖਦੇ ਹਾਂ √3 ਲਾਈਨ ਵੋਲਟੇਜ ਮਲਟੀਪਲਾਈ ਬਾਈ ਫੇਸ ਵੋਲਟੇਜ ਐਂਡ cos φ। ਸੋ ਇਹਦੇ ਵਿੱਚ ਜਿਹੜਾ ਕੀ ਆ ਡੈਲਟਾ ਦੇ ਵਿੱਚ 3 ਫੇਸ ਪਾਵਰ ਫੈਕਟਰ ਆ ਉਹ ਹੁੰਦਾ √3 ਲਾਈਨ ਵੋਲਟੇਜ, ਲਾਈਨ ਕਰੰਟ ਐਂਡ cos φ। ਸੋ ਲਾਈਨ ਵੋਲਟੇਜ ਤੇ ਲਾਈਨ ਕਰੰਟ ਆ ਜਿਹੜਾ ਉਹ ਆਪਸ ਵਿੱਚ ਜਿਹੜੇ ਕੀ ਆ ਇਕੁਅਲ ਟੂ ਮਲਟੀਪਲਾਈ ਹੋਣਗੇ, cos φ ਦੇ ਬਰਾਬਰ ਹੋਣਗੇ ਡੈਲਟਾ ਕੇਸ ਦੇ ਵਿੱਚ। ਤੇ ਜਦੋਂ ਆਪਾਂ ਜਿਹੜੇ ਕੀ ਆ ਫੇਸ ਵੋਲਟੇਜ ਤੇ ਫੇਸ ਕਰੰਟ ਦੀ ਗੱਲ ਕਰਾਂਗੇ, ਸੋ √ ਨਹੀਂ ਪੈਂਦਾ, ਉਹਨੂੰ ਆਪਾਂ ਮਲਟੀਪਲਾਈ ਕਰਕੇ ਲਿਖਾਂਗੇ 3 ਫੇਸ ਵੋਲਟੇਜ ਫੇਸ ਕਰੰਟ cos φ।
ਜਦ ਕਿ ਇਨ ਦੀ ਕੇਸ ਆਫ ਡੈਲਟਾ ਦੇ ਵਿੱਚ ਜਿਹੜਾ ਕੀ ਹੈ ਫੇਸ ਵੋਲਟੇਜ ਤੇ ਫੇਸ ਕਰੰਟ ਆ ਉਹ ਵੀ ਆਪਣੇ ਕੋਲ ਅੰਡਰ ਰੂਟ ਨਹੀਂ ਪਊਗਾ 3 ਹੋਊਗਾ 3 ਫੇਸ ਵੋਲਟੇਜ ਫੇਸ ਕਰੰਟ ਤੇ cos phi। ਸੋ ਦੋਨਾਂ ਦਾ ਜਿਹੜਾ ਕੀ ਆ 3 ਫੇਸ ਪਾਵਰ ਫੈਕਟਰ ਆ ਉਹ ਦੋਨਾਂ ਦਾ ਜਿਹੜਾ ਕੀ ਆਪਣੇ ਕੋਲ ਡਿਫਰੈਂਟ ਹੋਊਗਾ ਸਿਰਫ ਅੰਡਰ ਰੂਟ ਦੇ ਵਿੱਚ। ਸੋ ਇਹ ਹੈਗਾ ਡਿਫਰੈਂਸ ਬਿਟਵੀਨ ਸਟਾਰ ਕਨੈਕਸ਼ਨ ਐਂਡ ਡੈਲਟਾ ਕਨੈਕਸ਼ਨ। ਥੈਂਕ ਯੂ।